Hi guys, today I'm going to teach you full use of it. This is the part 1. In this video I'm going to teach you 7 uses of it, and my channel name is English for Beginners, on which I have described the videos from basic to advanced as well as the advanced grammatical structures regarding newspaper. If you want to learn the use of them, please visit my channel English for Beginners and watch them. Apart from this, I have started the series regarding newspaper vocabulary as well as the phrasal verbs. You can also watch those videos if you wish. Now I'm going to teach you full use of it. It is used as a subject in a sentence. Sentence ਦੇ ਵਿੱਚ it ਦਾ use ਕਿਵੇਂ ਹੁੰਦਾ as a subject ਦੀ ਤਰ੍ਹਾਂ. The first use of it with the non living things means non living things ਜਿਨ੍ਹਾਂ things ਦੇ ਵਿੱਚ ਜਾਨ ਨਹੀਂ ਹੁੰਦੀ ਉਹਨਾਂ ਨੂੰ ਕੀ ਬੋਲਦੇ non living things ਤੇ ਉਹਨਾਂ ਨੂੰ ਆਪਾਂ it ਦਾ use ਕਰਦੇ ਹਾਂ. मैनू आईफोन पसंद है तो ये बहुत महंगा है. इफ़ यू वांट टू से लाइक दिस यू कैन से आई लाइक द आईफोन एंड इट्स वेरी कॉस्टली. इट क्यों यूज़ किया दिस नहीं यूज़ किया क्योंकि दिस उदों यूज़ करते जो आप किसी चीज़ को डिमोनस्ट्रेट करते. डिमोनस्ट्रेट मीनस किसी चीज़ वाल इशारा करके भी गल करते हैं. इतने मैं आईफोन मीनस एक नॉन लिविंग थिंग है वो जगह पर मीनस उन्होंने दोबारा रिपीट करने की जगह पर इट का यूज़ कर रही है. इट मीनस कि एक प्रोनाउन है इट ਜਿਹੜਾ ਕਿ ਨਾउन ਦੇ ਪਲੇਸ ਤੇ ਆ ਰਿਹਾ, ਇਸ ਲਈ ਆਪਾਂ ਇੱਥੇ ਇਟ ਯੂਜ਼ ਕੀਤਾ. ਜਦੋਂ ਆਪਾਂ ਡਿਮੋਨਸਟ੍ਰੇਟ ਕਰਨਾ ਕਿਸੇ ਵੱਲ ਇਸ਼ਾਰਾ ਕਰਕੇ ਕਹਿਣਾ ਉਦੋਂ ਦਿਸ. ਫॉर नॉन लिविंग थिंग्स ਜਦੋਂ ਆਪਾਂ ਸਿੰਪਲੀ ਕਹਿਣਾ ਤਾਂ ਫਿਰ ਇਟ. ਇਹ ਡਰੈਸ ਮੇਰੀ ਫੇਵਰੇਟ ਹੈ. ਇਟ ਇਜ਼ ਮਾਈ ਫੇਵਰੇਟ ਡਰੈਸ. I have taken the two examples on every use of it. In order to do practice, you have to create the example yourself. The second use of it with animals means animals ਦੇ ਨਾਲ ਆਪਾਂ it ਦਾ यूज़ ਕਰਦੇ ਹਾਂ ਕਿਉਂਕਿ ਇਹਨਾਂ ਨੂੰ ਹਿਊਮਨ ਬੀਇੰਗਸ ਦੀ ਤਰ੍ਹਾਂ ਕੰਸੀਡਰ ਨਹੀਂ ਕੀਤਾ ਜਾਂਦਾ ਇੰਗਲਿਸ਼ 'ਚ. ਮੇਰੇ ਘਰ ਵਿੱਚ ਕੁੱਤਾ ਹੈ, ਇਹ ਮੇਰੇ ਨਾਲ ਬਹੁਤ ਖੇਲਦਾ ਹੈ ਜਾਂ ਉਹ ਮੇਰੇ ਨਾਲ ਬਹੁਤ ਖੇਲਦਾ ਹੈ. ਮੀਨਸ ਇਹ ਮੇਰੇ ਘਰ ਵਿੱਚ ਕੁੱਤਾ ਹੈ. ਕੁੱਤਾ ਵੀ ਇੱਕ ਐਨੀਮਲ ਆ ਅਤੇ ਮੈਂ ਉਹਦੇ ਲਈ यूज़ ਕਰੂੰਗੀ it. I have a dog at my home. ਮੇਰੇ ਘਰ ਵਿੱਚ ਕੁੱਤਾ ਹੈ. I have a dog at my home. ਇਹ ਮੇਰੇ ਨਾਲ ਬਹੁਤ ਖੇਲਦਾ ਹੈ. ਇਟ ਪਲੇਜ਼ ਅ ਲੋਟ ਵਿਦ ਮੀ. ਡੌਗ ਦੇ ਨਾਲ ਡੌਗ ਇੱਕ ਐਨੀਮਲ ਹੈ ਇਸ ਲਈ ਆਪਾਂ ਉੱਥੇ ਯੂਜ਼ ਕਰਦਾ ਇਟ. ਨੈਕਸਟ ਐਗਜ਼ਾਮਪਲ, ਇਹ ਇੱਕ ਬਿੱਲੀ ਹੈ ਜੋ ਬਹੁਤ ਖਤਰਨਾਕ ਹੈ. ਮੀਨਸ ਇੱਕ ਬਿੱਲੀ ਆ, ਬਿੱਲੀ ਕੀ ਇੱਕ ਐਨੀਮਲ ਹੈ ਇਸ ਲਈ ਮੈਂ ਕਹਿ ਰਹੀ ਹਾਂ ਕਿ ਇੱਕ ਬਿੱਲੀ ਹੈ ਜੋ ਕਿ ਬਹੁਤ ਖਤਰਨਾਕ ਹੈ. ਇਟ ਇਜ਼ ਦ ਕੈਟ ਵਿਚ ਇਜ਼ ਵੈਰੀ ਡੇਂਜਰਸ. ਦ ਥਰਡ ਯੂਜ਼ ਆਫ ਇਟ ਵਿਦ ਯੰਗ ਚਾਈਲਡ. ਯੰਗ ਚਾਈਲਡ ਮੀਨਸ ਜਿਹੜੇ ਛੋਟੇ ਬੱਚੇ ਆ ਉਹਨਾਂ ਨਾਲ ਆਪਾਂ ਯੂਜ਼ ਕਰਦੇ ਹਾਂ ਇਟ ਦਾ. ਉਹਨਾਂ ਲਈ ਆਪਾਂ ਹੀ ਸ਼ੀ ਨਹੀਂ ਯੂਜ਼ ਕਰਦੇ ਕਿਉਂਕਿ ਉਹਨਾਂ ਵਿੱਚ ਕੋਈ ਡਿਫਰੈਂਸ਼ੀਏਟ ਨਹੀਂ ਕੀਤਾ ਜਾਂਦਾ, ਇਸ ਲਈ ਆਪਾਂ ਉੱਥੇ ਇਟ ਦਾ ਯੂਜ਼ ਕਰਦੇ ਹਾਂ ਯੰਗ ਚਾਈਲਡ ਦੇ ਨਾਲ. ਇੱਕ ਬੱਚਾ, ਇਹ ਬੱਚਾ ਬਹੁਤ ਸੁੰਦਰ ਹੈ. ਮੀਨਸ ਤੁਸੀਂ ਕੋਈ ਚਾਈਲਡ ਦੇਖਿਆ ਤੁਸੀਂ ਉਹਨੂੰ ਦੇਖ ਕੇ ਕਹਿ ਰਹੇ ਕਿ ਬਹੁਤ ਸੁੰਦਰ ਹੋ ਤਾਂ ਤੁਸੀਂ ਹੀ ਸ਼ੀ ਨਹੀਂ ਯੂਜ਼ ਕਰ ਸਕਦੇ. ਇਟ ਇਜ਼ ਸੱਚ ਅ ਬਿਊਟੀਫੁਲ ਬੇਬੀ. ਐਂਡ ਦ ਨੈਕਸਟ ਐਗਜ਼ਾਮਪਲ, ਇਹ ਬੱਚਾ ਕਿਊਟ ਹੈ. ਇਟਸ ਅ ਕਿਊਟ ਬੇਬੀ. ਕੋਈ ਵੀ ਚਾਈਲਡ ਦੇ ਲਈ, ਕੋਈ ਯੰਗ ਚਾਈਲਡ ਦੇ ਲਈ, ਕੋਈ ਗਰਲ ਆ ਬॉय ਆ, ਯੂ ਹੈਵ ਟੂ ਯੂਜ਼ ਅ ਇਟ. The next use of it with weather. Weather means ਮੌਸਮ ਦੇ ਨਾਲ. ਮੌਸਮ ਨਾਲ ਰਿਗਾਰਡਿੰਗ ਕੋਈ ਵੀ ਤੁਸੀਂ ਗੱਲ ਕਰਨੀ ਹੈ ਉਹਦੇ ਨਾਲ ਸਾਨੂੰ it यूज़ ਕਰਨਾ ਪਊਗਾ ਐਜ਼ ਅ ਸਬਜੈਕਟ. ਫॉर एग्जाम्पल, ਮੀਂਹ ਆ ਸਕਦਾ ਹੈ ਅੱਜ. ਜੇ ਆਪਾਂ ਇਸ ਤਰ੍ਹਾਂ ਕਹਿਣਾ ਕਿ ਅੱਜ ਮੀਂਹ ਆ ਸਕਦਾ ਹੈ, ਯੂ ਹੈਵ ਟੂ ਯੂਜ਼ ਇਟ in the beginning of the sentence. It may rain. ਜੇ ਤੁਹਾਡੀ 50% possibility ਦਾ may, ਜੇ 20 ਹੈ ਤਾਂ might, ਉਸ ਤੋਂ above ਆ ਤਾਂ would, can, could or must you can use. ਦੁਪਹਿਰ ਵਿੱਚ ਬਹੁਤ ਗਰਮ ਹਵਾ ਚੱਲ ਰਹੀ ਸੀ. ਮੀਨਸ ਜੇ ਤੁਸੀਂ ਕਹਿੰਦੇ ਕਿ ਦੁਪਹਿਰ ਵਿੱਚ ਬਹੁਤ ਗਰਮ ਹਵਾ ਚੱਲ ਰਹੀ ਸੀ, ਗਰਮ ਹਵਾ ਚੱਲ ਰਹੀ ਸੀ ਇੱਕ ਮੌਸਮ ਨਾਲ ਰਿਗਾਰਡਿੰਗ ਗੱਲ ਕਰ ਰਹੇ ਆਪਾਂ. ਇਟ ਮੀਨਸ ਆਪਾਂ ਨੂੰ ਇਟ ਯੂਜ਼ ਕਰਨਾ ਪਊਗਾ ਇਨ ਦ ਬਿਗਨਿੰਗ ਆਫ ਦ ਸੈਂਟੈਂਸ. ਇਟ ਵਾਜ਼ ਬਲੋਇੰਗ ਸੋ ਮਚ ਸਨ ਸਟਰੋਕ. ਸਨ ਸਟਰੋਕ ਹੁੰਦਾ ਵਾ ਗਰਮ ਹਵਾ. ਇਨ ਨੂਨ, ਹੁਣ ਬਾਹਰ ਛਾਂ ਹੈ. ਮੀਨਸ ਛਾਂ ਇੱਕ ਮੌਸਮ ਨਾਲ ਰਿਗਾਰਡਿੰਗ ਗੱਲ ਇਸ ਲਈ ਆਪਾਂ ਇੱਥੇ ਯੂਜ਼ ਕੀਤਾ ਇਟ. ਇਟ ਇਜ਼ ਸ਼ੈਡੀ ਆਊਟ ਨਾਓ. ਕੋਈ ਵੀ ਤੁਸੀਂ ਗੱਲ ਕਰਨੀ ਆ ਰਿਗਾਰਡਿੰਗ ਵੈਦਰ ਦੇ, ਯੂ ਹੈਵ ਟੂ ਯੂਜ਼ ਇਟ ਟੂ ਸਟਾਰਟ ਅਵਰ ਸੈਂਟੈਂਸ. ਦ ਨੈਕਸਟ ਯੂਜ਼ ਆਫ ਇਟ ਵਿਦ ਟਾਈਮ ਮੀਨਸ ਟਾਈਮਿੰਗ ਦੇ ਨਾਲ. ਕਿਹੜਾ ਟਾਈਮ ਨਾਲ? ਡੇਜ਼ ਨੇਮ ਮੀਨਸ ਡੇਜ਼ ਦੇ ਨੇਮ ਆ, ਮੀਨਸ ਕੋਈ ਦਿਨਾਂ ਦੇ ਨਾਮ ਉਹਨਾਂ ਨਾਲ ਵੀ ਯੂਜ਼ ਕਰਨਾ ਇਟ. ਮੰਥਸ ਨੇਮ ਨਾਲ, ਈਅਰਸ ਨੇਮ, ਬਰਥਡੇਜ਼ ਨਾਲ, ਫੈਸਟੀਵਲਸ ਨਾਲ ਜਾਂ ਕਲੌਕ ਟਾਈਮ, ਕੋਈ ਵੀ ਟਾਈਮਿੰਗ ਦੇ ਨਾਲ ਆਪਾਂ ਇਟ ਯੂਜ਼ ਕਰਦੇ ਹਾਂ. ਅੱਜ ਬੁੱਧਵਾਰ ਹੈ ਜੀ, ਤੁਸੀਂ ਇਸ ਤਰ੍ਹਾਂ ਕਹਿਣਾ ਕਿ ਅੱਜ ਬੁੱਧਵਾਰ ਹੈ. ਮੋਸਟ ਆਫ ਦਾ ਸਟੂਡੈਂਟਸ ਕੀ ਕਰਦੇ ਆ, ਉਹ ਇਸ ਤਰ੍ਹਾਂ ਕਰਦੇ ਟੂਡੇ ਇਜ਼ ਵੈਡਨਸਡੇ ਇਸ ਤਰ੍ਹਾਂ, ਵਿਚ ਇਜ਼ ਟੋਟਲੀ ਰੋਂਗ. ਮੀਨਸ ਕਿ ਉਹ ਗਲਤ ਹੁੰਦਾ ਵਾ, ਇਨਕਰੈਕਟ ਸੈਂਟੈਂਸ ਆ ਐਜ਼ ਅ ਗ੍ਰਾਮੈਟੀਕਲ ਵੇ.
ਇਸ ਲਈ ਆਪਾਂ ਨੂੰ ਜਿਹੜਾ ਦਿਨਾਂ ਦੇ ਨਾਮ ਜਾਂ ਮੰਥਸ ਨੇਮ ਜਾਂ ਈਅਰਸ ਨੇਮ ਲਈ ਜਾਂ ਟਾਈਮ ਮੀਨਸ ਇੱਕ ਟਾਈਮਿੰਗ ਹੀ ਆ, ਡੇਜ਼ ਨੇਮ ਜਾਂ ਮੰਥਸ ਨੇਮ ਜਾਂ ਈਅਰਸ ਨੇਮ ਜਾਂ ਕੋਈ ਕਲੌਕ ਦਾ ਟਾਈਮ ਜਾਂ ਫੈਸਟੀਵਲ ਕੋਈ ਟਾਈਮ ਹੁੰਦਾ ਹੈ, ਇਸ ਲਈ ਇਹਨਾਂ ਨਾਲ ਆਪਾਂ ਯੂਜ਼ ਕਰਦੇ ਹਾਂ ਇਟ ਮੀਨਸ ਇਹਨਾਂ ਦੀ ਬਿਗਨਿੰਗ ਕਰਦੇ ਆਪਾਂ ਇਟ ਤੋਂ। ਅੱਜ ਬੁੱਧਵਾਰ ਹੈ, ਰਾਈਟ ਸੈਂਟੈਂਸ ਕਿ ਇਟ ਇਜ਼ ਵੈਡਨਸਡੇ ਟੂਡੇ। ਕੱਲ ਮੇਰਾ ਬਰਥਡੇ ਸੀ। If you want to say like this, you can say it was my birthday yesterday. You can't say like this, yesterday was my birthday. परसों दिवाली सी, जे तुसीं कहना कि परसों दिवाली सी मीनस yesterday वाला जे परसों कहना फिर तुहानूं की कहना पेगा it was दिवाली day before yesterday मीनस जिहड़ा कल डे लंघ गया उन्होंने आप yesterday कहने, उस तो पहला जिहड़ा डे लंघ गया उन्होंने आप परसों कहने, परसों नूं कहांगे जिहड़ा yesterday तो पहला आया day before yesterday। और जे तुसी टमोरो वाला शो करना मीनस कल तुसी इस तरह कहना कि परसों दिवाली है मीनस आने वाली परसों दे विच, फिर तुहानूं यूज़ करना पऊगा इट इज़ दिवाली डे आफ्टर टमोरो। परसों नूं 2 वर्ड्स यूज़ हुंदे आ जे मीनस बीते वे परसों की आपां गल करनी तां डे बिफोर यैसटरडे, जी आने वाले की करनी है तो डे आफ्टर टमोरो। हुण 4 बजे है मीनस क्लॉक के टाइम नाल भी आपां यूज़ करते हैं इट इज़ 4 o'clock मीनस टाइमिंग दसनी आपां इट का यूज़ करना। वैदर डेज नेम हो, मंथस नेम हो, ईयर्स नेम हो, किसी का बर्थडे हो, कोई इवेंट हो, कोई फैसटिवल हो या कोई क्लॉक टाइम, यू हैव टू यूज़ इट in the beginning of the sentence. The next use of it means sixth use time had or has done means कोई काम टाइम ਜਿਹੜਾ ਹੋ ਚੁੱਕਿਆ ਵਾ, ਕੋਈ ਕੰਮ ਕਰਦੇ ਹੋਏ ਸਮਾਂ ਹੋ ਚੁੱਕਿਆ means ਤੁਸੀਂ ਕੋਈ ਕੰਮ ਕਰਦੇ ਪਏ ਆ ਉਹਦਾ ਸਮਾਂ ਹੋ ਚੁੱਕਿਆ ਵਾ, ਉਹਨਾਂ ਸੈਂਟੈਂਸਾਂ ਦੇ ਵਿੱਚ ਤੁਹਾਨੂੰ ਇਟ ਦਾ ਯੂਜ਼ ਕਰਨਾ ਪਊਗਾ। ਡੋਂਟ ਵਰੀ, ਆਈ ਵਿਲ ਟੀਚ ਯੂ ਦ ਐਗਜ਼ਾਮਪਲਸ। ਜਿਵੇਂ ਮੈਂ ਕਹਿਣਾ 4 ਘੰਟੇ ਹੋ ਚੁੱਕੇ ਆ, ਤੁਹਾਨੂੰ ਆਪਣੇ ਸੈਂਟੈਂਸ ਨੂੰ ਫਸਟਲੀ ਆਪਾਂ ਦੇਖਦੇ ਹਾਂ ਵੀ ਜੇ ਤੁਸੀਂ ਇਸ ਤਰ੍ਹਾਂ ਕਹਿਣਾ ਕਿ 4 ਘੰਟੇ ਹੋ ਚੁੱਕੇ ਆ ਮੀਨਸ ਇੱਕ ਟਾਈਮਿੰਗ ਹੀ ਹੈ ਕੋਈ ਕੰਮ, ਫਿਰ ਤੁਸੀਂ ਕਹੋਗੇ ਇਟ ਹੈਜ਼ ਬੀਨ 4 hours। ਇਹ ਸਿੰਪਲ ਸੈਂਟੈਂਸ ਆ ਮੀਨਸ ਇੱਕ ਸ਼ਾਰਟ ਸੈਂਟੈਂਸ ਆ। ਜੇ ਤੁਸੀਂ ਕਹਿਣਾ ਕਿ 4 ਘੰਟੇ ਮੈਨੂੰ ਹੋ ਚੁੱਕੇ ਆ ਮੀਨਸ ਤੁਸੀਂ ਇੱਕ ਵਰਡ ਇੱਥੇ ਐਡ ਕਰਤਾ ਮੈਨੂੰ, ਇਟ ਹੈਜ਼ ਬੀਨ 4 hours ਐਜ਼ ਇਟ ਇਜ਼ ਹੀ ਆ। ਮੈਨੂੰ ਲਈ ਟੂ ਮੀ, ਟੂ ਕੀ ਇੱਕ ਪ੍ਰੈਪੋਜੀਸ਼ਨ ਦਾ, ਪ੍ਰੈਪੋਜੀਸ਼ਨ ਤੋਂ ਬਾਅਦ ਜੇ ਆਬਜੈਕਟ सॉरी जे कोई भी मीनस प्रोनाउन होता वो ऑब्जेक्टिव फॉर्म च होंदा वा मीनस जिहड़ा वर्ड होंदा उन्होंने ऑब्जेक्ट बोलते हैं। इत्थे आई नहीं लिखांगे आप, इट हैज़ बीन 4 hours टू आई नहीं टू मी, क्योंकि ये प्रैपोजिशन ते प्रैपोजिशन तो बाद ऑब्जेक्ट आउंदे आ। मैनू पढ़ाउंदे होए 2 साल हो चुके हैं। पढ़ाउंदे होए नूं की बोलते हैं, जिवें पढ़दे होए कोई काम करदे होए उत्थे ING फॉर्म यूज़ करते हैं। खेडते हुए पहला तुसीं फॉर्म्स देख लो मीनस तुसीं कोई काम इस तरह कहना ना कि मैंने ये काम करते हुए 2 साल हो चुके, तुहानूं वो ING फॉर्म शो करना पेगा। पढ़ाउंदे हुए टीचिंग या होर कोई वर्ब भी तुसीं यूज़ कर सकते हैं, उन्होंने तुसीं ING फॉर्म च यूज़ करना वा। मैनू पढ़ाउंदे हुए 2 साल हो चुके हैं, जे तुसीं इस तरह कहना यू हैव टू से इट हैज़ बीन 2 years टू मी। इट हैज़ बीन सिंपली पहला लिख देना कि मैनू 2 साल हो चुके हैं। पहला सिंपली तुम कह सकते हैं 2 साल हो चुके, 2 साल हो चुके। सिंपली इस सेंटेंस को किस तरह क्रिएट करेंगे, इट हैज़ बीन 2 years मैनू ਲਈ टू मी पढ़ाते हुए टीचिंग मीनस जी ING फॉर्म आप क्रिएट की आ लगानी हो एंडिंग तो लगानी सेंटेंस से। नैक्सट वन राहुल ਨੂੰ खेडते हुए 2 घंटे हो गए सी, जे तुसीं इस तरह कहना पास्ट दी 2 घंटे हो गए सी, सिंपल की बनेगा इट हैड बीन 2 घंटे यानी 2 hours किनू हो गए टू राहुल, क्योंकि राहुल का तो कोई ऑब्जेक्ट नहीं, उन्होंने ऑब्जेक्ट के भी अपन राहुल ही लिखना पेगा क्योंकि नाउन का कोई ऑब्जेक्ट नहीं होंगे। खेडते हुए इस वर्ब केड़ी है खेडना मीनस कॉन्टीन्यूस काम है मीनस 2 घंटे तो की पिछले 2 घंटे तो खेड ही रहा प्लेइंग। द लास्ट यूज ऑफ इट इन दिस पार्ट इज टाइम हैविंग डन, कोई काम किया समा हो चुका है मीनस इन्होंने दोनों के डिफरेंस की है तो मैं क्लीयर करूँगी। फर्स्ट ऑफ ऑल आई विल टीच यू दिस वन यूज़, then we will see the difference between two uses। मैनू उसनू मिले 4 साल हो गए हैं मीनस मैं कहूँगी इट हैज़ बीन पहला 4 साल हो गए एज इट इज़ लिखेंगे इट हैज़ बीन 4 years मैनू टू मी हैविंग मैट हिम। हैविंग क्यों यूज़ किया मीनस ING फॉर्म क्यों नहीं यूज़ की, यू विल सी वेरी सून इन दिस वीडियो। मीनस आ वर्ब्स भी मैं तुम टीच करती है कि किमें आप हैविंग यूज़ करते हैं। सानू उस स्कूल में पढ़ते हुए समा हो चुका है, काफ़ी समा हो चुका है। इट हैज़ बीन अ लॉन्ग टाइम टू अस हैविंग टॉट इन दैट स्कूल। इन्होंने दोनों डिफरेंस किया
ਇੱਥੇ ਕੀ ਕੰਮ ਕੋਈ ਕੰਟੀਨਿਊਸ ਆ, ਮੀਨਸ ਇੱਥੇ ਕੰਮ ਕੰਟੀਨਿਊਸ ਆ। ਮੈਂ ਕਹਾਂ ਇੱਥੇ ਕੀ ਸੀਗਾ ਕਿ ਮੈਨੂੰ ਪੜ੍ਹਾਉਂਦੇ ਹੋਏ, ਮੀਨਸ ਕਿ ਕੰਮ ਕੀ ਹੈ 2 ਸਾਲ ਤੋਂ ਮੈਂ ਪੜ੍ਹਾ ਰਹੀ ਹਾਂ, ਕਿ 2 ਸਾਲ ਤੋਂ ਮੈਨੂੰ ਪੜ੍ਹਾਉਂਦੇ ਹੋਏ ਹੋ ਗਿਆ, ਮੀਨਸ ਇੱਥੇ ਕੰਮ ਕੰਟੀਨਿਊ ਸੀ। ਅਤੇ ਇੱਥੇ ਕੀ ਆ ਮੈਨੂੰ 4 ਸਾਲ ਹੋ ਗਏ ਉਹਨੂੰ ਮਿਲੇ, ਮੀਨਸ ਕਿ ਮੈਂ 4 ਸਾਲ ਹੋ ਚੁੱਕੇ ਆ, ਮੀਨਸ ਸਮਾਂ ਬੀਤ ਚੁੱਕਿਆ ਵਾ, ਕੋਈ ਕੰਮ ਕੀਤੇ ਸਮਾਂ ਹੋ ਚੁੱਕਿਆ ਵਾ, ਇਸ ਤਰ੍ਹਾਂ ਸੈਂਸ ਆਉਂਦੀ ਹੈ ਵੀ ਹੋ ਚੁੱਕਿਆ ਵਾ, 4 ਸਾਲ ਹੋ ਚੁੱਕਿਆ ਮੈਨੂੰ ਮਿਲੇ, ਮੀਨਸ ਕਿ ਹੁਣ ਮੈਂ 4 ਸਾਲਾਂ ਦੇ ਬਾਅਦ ਦੀ ਗੱਲ ਕਰ ਰਹੀ ਹਾਂ, ਕੋਈ ਕੰਮ ਕੰਟੀਨਿਊਸ ਨਹੀਂ ਗਾ। ਜਿਹੜਾ ਕੰਮ ਹੋ ਚੁੱਕਿਆ ਵਾ ਹੁਣ ਕੰਟੀਨਿਊਸ ਨਹੀਂ ਆ, ਉੱਥੇ ਆਪਾਂ ਯੂਜ਼ ਕਰਦੇ ਹਾਂ ਹੈਵਿੰਗ ਪਲੱਸ V3, ਜਿਵੇਂ ਖੇਡੇ ਹੋਏ, ਪੜ੍ਹਾਏ ਹੋਏ, ਮੀਨਸ ਕੰਮ ਜਿਹੜਾ ਕੀਤੇ ਹੋਏ ਟਾਈਮ ਹੋ ਚੁੱਕਿਆ। ਅਤੇ ਇੱਥੇ ਕੀ ਹੈ ਦੋਨਾਂ ਵਿੱਚ ਇੱਕ ਵਰਡ ਦਾ ਡਿਫਰੈਂਸ ਆ। ਇੱਥੇ ਹੈਗਾ ਵਾ ਕੰਮ ਕੰਟੀਨਿਊਸ ਆ, ਪੜ੍ਹਾਉਂਦੇ ਹੋਏ, ਮੀਨਸ ਕਿ ਮੈਂ 2 ਸਾਲ ਤੋਂ ਪਿਛਲੇ ਪੜ੍ਹਾਈ ਰਹੀ ਹਾਂ, ਇਸ ਲਈ ਆਪਾਂ ING ਫਾਰਮ ਯੂਜ਼ ਕੀਤੀ। ਇੱਥੇ ਕੀ ਇਹ ਕੰਮ ਹੋਏ ਨੂੰ ਹੋ ਚੁੱਕਿਆ ਟਾਈਮ ਦੇ ਵਿੱਚ, ਇੱਥੇ ਕੀ ਸੀਗਾ ਮੈਨੂੰ ਉਸਨੂੰ ਮਿਲੇ ਹੋਏ 4 ਸਾਲ ਹੋ ਗਏ। ਜੇ ਮੈਂ ਇੱਥੇ ਇਸ ਤਰ੍ਹਾਂ ਕਹਿੰਦੀ ਕਿ ਮੈਨੂੰ ਉਸਨੂੰ ਮਿਲਦੇ ਹੋਏ 4 ਸਾਲ ਹੋ ਗਏ, ਮਿਲਦੇ ਹੋਏ ਜੇ ਮੈਂ ਬੋਲਦੀ ਹਾਂ ਅਤੇ ਮਿਲਦੇ ਇਸ ਤਰ੍ਹਾਂ ਪਾਉਂਦੀ ਹਾਂ ਤਾਂ ਫਿਰ ਮੈਨੂੰ ING ਫਾਰਮ ਯੂਜ਼ ਕਰਨੀ ਪਊਗੀ, ਕਿਉਂਕਿ ਕੀ ਹੈ 4 ਸਾਲ ਦੇ ਕੰਮ ਕੰਟੀਨਿਊਸ ਆ। ਇੱਥੇ ਮੈਂ ਕੀ ਕਿਹਾ ਵਾ ਕਿ ਮੈਨੂੰ ਉਹਨੂੰ 4 ਸਾਲ ਮਿਲੇ ਹੋਏ ਹੋ ਚੁੱਕੇ, ਮੀਨਸ ਕਿ 4 ਸਾਲ ਸਪੈਂਡ ਹੋ ਚੁੱਕੇ, ਇਸ ਲਈ ਆਪਾਂ ਯੂਜ਼ ਕੀਤਾ ਹੈਵਿੰਗ ਪਲੱਸ V3। Hope so you must have understood the use of it, I mean to say the 7 uses of it. Thanks for watching my video. Please subscribe and share my channel with your friends and family, and the rest of the uses I will teach you in the next part. Thanks.